Unit 1, Functional English Grammar, Type of Sentences and Sentences Structure. So, in introduction, we have components of sentences, type of sentences on the basis of purpose, type of sentences on the basis of structure, agreement of verb with subject. So first of all, components of sentence. Components of sentence ਦਾ ਮਤਲਬ ਹੈ ਕਿ sentences ਦੇ ਜਿਹੜੇ components ਹੈ, ਜਿਹੜੇ parts ਹੈ, ਉਹ ਕਿਹੜੇ-ਕਿਹੜੇ ਹੈ. A sentence is a group of words that gives complete meaning. Every sentence is made of different parts, like parts called components. Understanding these components helps in writing clear and correct English. So first we have subject. ਸੋ ਸੈਂਟੈਂਸ ਦੇ ਗਰੁੱਪ ਮਿਲ ਕੇ ਜਿਹੜੇ ਹੈ ਸੈਂਟੈਂਸ ਦਾ ਇੱਕ ਕੰਪਲੀਟ ਮੀਨਿੰਗ ਬਣਾਉਂਦੇ ਆ. ਸੋ ਐਵਰੀ ਸੈਂਟੈਂਸ, ਹਰੇਕ ਸੈਂਟੈਂਸ ਦੇ ਵਿੱਚ ਡਿਫਰੈਂਟ ਪਾਰਟਸ ਹੁੰਦੇ ਜਿਨ੍ਹਾਂ ਨੂੰ ਅਸੀਂ ਕੰਪੋਨੈਂਟਸ ਕਹਿੰਦੇ ਆ. ਠੀਕ ਹੈ. ਸੋ ਇਹਨਾਂ ਵਿੱਚ ਸਭ ਤੋਂ ਪਹਿਲਾ ਜਿਹੜਾ ਕੰਪੋਨੈਂਟ ਹੈ ਉਹ ਸਬਜੈਕਟ ਹੈ. ਦ ਸਬਜੈਕਟ ਇਜ਼ ਪਰਸਨ, ਪਲੇਸ, ਥਿੰਗ ਔਰ ਆਈਡੀਆ ਦੈਟ ਦ ਸੈਂਟੈਂਸ ਇਜ਼ ਅਬਾਊਟ. ਪਰ ਜਿਹੜਾ ਸਬਜੈਕਟ ਹੈ ਉਹ ਕੀ ਹੁੰਦਾ ਹੈ, ਉਹ ਕੋਈ ਪਰਸਨ, ਪਲੇਸ, ਥਿੰਗ ਔਰ ਕੋਈ ਇਹੋ ਜਿਹਾ ਆਈਡੀਆ ਹੁੰਦਾ ਹੈ ਜਿਸ ਦੇ ਬਾਰੇ ਸੈਂਟੈਂਸ ਹੁੰਦਾ ਹੈ. ਇਟ ਟੈਲਸ ਹੂ ਔਰ ਵਾਟ ਡਜ਼ ਦ ਐਕਸ਼ਨ. ਇਹ ਦੱਸਦਾ ਹੈ ਕਿ ਕੌਣ ਤੇ ਵਾਟ ਡਜ਼ ਦ ਐਕਸ਼ਨ, ਜਿਹੜਾ ਕੋਈ ਥਿੰਗ ਹੈ ਨਾ, ਇਦਾਂ ਦਾ. ਠੀਕ ਹੈ, ਐਕਸ਼ਨ ਕਰ ਰਿਹਾ ਵਾ. ਰਵੀ ਪਲੇਸ ਕ੍ਰਿਕਟ. ਸੋ ਰਵੀ ਇਜ਼ ਇਕੁਅਲ ਟੂ ਸਬਜੈਕਟ. ਇੱਥੇ ਜਿਹੜਾ ਰਵੀ ਹੈ, ਰਵੀ ਦੇ ਦੁਆਰਾ ਐਕਸ਼ਨ ਕੀਤਾ ਜਾ ਰਿਹਾ ਹੈ. ਰਵੀ ਇਜ਼ ਡੂਇੰਗ ਐਕਸ਼ਨ. ਸੋ ਸਬਜੈਕਟ ਇੱਥੇ ਕਿਹੜਾ ਹੈ, ਰਵੀ ਹੈ. ਸੋ ਨਾਓ देयर इज प्रेडिकेट. प्रेडिकेट tells what the subject does or is. प्रेडिकेट ਇਹ ਦੱਸਦਾ ਹੈ ਕਿ ਸਬਜੈਕਟ ਕੀ ਕਰ ਰਿਹਾ ਹੈ ਜਾਂ ਫਿਰ ਸਬਜੈਕਟ ਜਿਹੜਾ ਸਬਜੈਕਟ ਦੁਆਰਾ ਐਕਸ਼ਨਸ ਕਿਹੜੇ ਕੀਤੇ ਜਾ ਰਹੇ. ਠੀਕ ਹੈ, ਕੀ ਹੋ ਕੀ ਰਿਹਾ ਇੱਥੇ. So it includes verbs and all the words that describe the action. ਇਹਦੇ ਵਿੱਚ ਕੀ include ਹੁੰਦਾ ਹੈ, verb and all the words, ਜਿਹੜੇ ਸਾਰੇ words ਹੁੰਦੇ ਆ ਜਿਹੜੇ ਕਿ ਐਕਸ਼ਨ ਨੂੰ describe ਕਰ ਰਹੇ ਆ. ਠੀਕ ਹੈ, ਜਿਹੜਾ sentence ਸੀਗਾ ਰਵੀ plays cricket, ਤੇ ਇੱਥੇ ਜਿਹੜਾ verb ਹੈ plays, ਤੇ ਜਿਹੜਾ ਐਕਸ਼ਨ ਹੋ ਰਿਹਾ ਵਾ, ਠੀਕ ਹੈ, ਜਿਹਦੇ ਤੇ ਐਕਸ਼ਨ ਹੋ ਰਿਹਾ ਵਾ, ਠੀਕ ਹੈ, ਉਹ ਹੈਗਾ ਕ੍ਰਿਕਟ. ਠੀਕ ਹੈ, ਤੇ ਪੂਰਾ ਬਣ ਕੇ ਕੀ ਹੋ ਜਾਂਦਾ, ਪ੍ਰੀਡਿਕੇਟ. ਫਰੋਮ ਦਾ ਹੈਲਪਿੰਗ ਵਰਬ ਟੂ ਦੀ ਐਂਡ, ਜਿਹੜਾ ਵੀ ਸਾਡੇ ਸਬਜੈਕਟ ਦੁਆਰਾ ਕੀਤਾ ਜਾ ਰਿਹਾ ਹੁੰਦਾ ਹੈ, ਦੈਟ ਇਜ਼ ਪ੍ਰੀਡਿਕੇਟ ਇਨ ਸਿੰਪਲ ਵਰਡਸ. ਸੋ ਸੋ ਬੇਸਿਕਲੀ ਸਬਜੈਕਟ ਪ੍ਰੀਡਿਕੇਟ ਹੁੰਦਾ ਹੈ, ਬਟ ਪ੍ਰੀਡਿਕੇਟ ਇਜ਼ ਆਲਸੋ ਡਿਵਾਈਡਡ ਇਨਟੂ different parts like verb and object. Okay, so verb is the action of word or state of being. ਜਿਹੜਾ verb ਹੈ ਇਹ ਕੋਈ ਐਕਸ਼ਨ ਜਾਂ state of being ਹੈ, ਕੁਝ ਕਰਨ ਜਾਂ ਕੋਈ ਐਕਸ਼ਨ ਬਾਰੇ ਡਿਸਕ੍ਰਾਈਬ ਕਰ ਰਿਹਾ ਵਾ. it shows the it shows what the subject is doing and how the subject ਹੈ. ਇਹ ਦੱਸਦਾ ਹੈ ਕਿ ਸਬਜੈਕਟ ਕਰ ਕੀ ਰਿਹਾ ਹੈ ਤੇ ਸਬਜੈਕਟ ਕਿੱਦਾਂ ਦਾ ਹੈ. ਠੀਕ ਹੈ, she runs, ਇੱਥੇ runs ਕੀ ਐਕਸ਼ਨ ਹੈ. ਠੀਕ ਹੈ, he is happy, state of being. ਠੀਕ ਹੈ, ਜਿਹਨੂੰ ਆਪਾਂ ਹੈਲਪਿੰਗ ਇਜ਼, ਜਿਹੜਾ ਹੈਲਪਿੰਗ ਵਰਬ ਵੀ ਹੋ ਸਕਦਾ ਹੈ. ਠੀਕ ਹੈ, ਹੁਣ ਆਬਜੈਕਟ, ਦਾ ਆਬਜੈਕਟ ਰਿਸੀਵਸ ਦਾ ਐਕਸ਼ਨ. ਕਿਉਂਕਿ ਮੈਂ ਤੁਹਾਨੂੰ ਦੱਸਿਆ ਨਾ ਕਿ ਜਿਹੜੇ ਪ੍ਰੀਡਿਕੇਟ ਹੈ ਉਹ ਵੀ ਫਰਦਰਲੀ ਟੂ ਪਾਰਟਸ ਵਿੱਚ ਡਿਵਾਈਡ ਹੁੰਦੇ ਆ, ਵਰਬ ਤੇ ਆਬਜੈਕਟ. ਠੀਕ ਹੈ, ਵਰਬ ਤੇ ਆਬਜੈਕਟ ਮਿਲ ਕੇ ਪ੍ਰੀਡਿਕੇਟ ਬਣਾਉਂਦੇ. ਤੁਸੀਂ ਇਦਾਂ ਵੀ ਕਹਿ ਸਕਦੇ ਹੋ, ਦਾ ਆਬਜੈਕਟ ਰਿਸੀਵ ਦਾ ਐਕਸ਼ਨ ਆਫ ਵਰਬ. ਆਬਜੈਕਟ ਕੀ ਕਰਦਾ ਹੈ, ਵਰਬ ਦਾ ਜਿਹੜਾ ਐਕਸ਼ਨ ਨੂੰ ਰਿਸੀਵ ਕਰ ਰਿਹਾ ਹੁੰਦਾ ਹੈ. ਠੀਕ ਹੈ, ਇਟ answers whom or what. There are two types. Different object directly receives the action. She wrote a letter. ਜਿਹੜਾ ਡਾਇਰੈਕਟ ਆਬਜੈਕਟ ਹੈ ਡਾਇਰੈਕਟਲੀ ਐਕਸ਼ਨ ਨੂੰ ਰਿਸੀਵ ਕਰਦਾ ਹੈ. ਠੀਕ ਹੈ, ਜਿਵੇਂ ਕਿ she wrote a letter. ਇਨਡਾਇਰੈਕਟ ਆਬਜੈਕਟ ਕੀ ਹੁੰਦਾ ਹੈ, ਰਿਸੀਵ ਦਾ ਬੈਨੀਫਿਟ ਆਫ ਐਕਸ਼ਨ. ਠੀਕ ਹੈ, she gave me a letter. ਹੁਣ ਇੱਥੇ ਜਿਹੜਾ ਬੈਨੀਫਿਟ ਕਿਹੜਾ ਲੈ ਰਿਹਾ ਹੈ, ਐਕਸ਼ਨ ਦਾ. gave ਇੱਕ ਐਕਸ਼ਨ ਹੈ ਨਾ, ਸੋ she is subject, gave me action. ਇੱਥੇ ਮੀ ਜਿਹੜਾ ਇੱਕ ਇਨਡਾਇਰੈਕਟ ਆਬਜੈਕਟ ਹੈ ਜਿਹੜਾ ਕਿ ਬੈਨੀਫਿਟ ਆਫ ਐਕਸ਼ਨ ਲੈ ਰਿਹਾ ਵਾ, ਬਟ ਜਿਹੜਾ ਡਾਇਰੈਕਟ ਆਬਜੈਕਟ ਹੈ ਡਾਇਰੈਕਟਲੀ ਰਿਸੀਵ ਦਾ ਐਕਸ਼ਨ. ਠੀਕ ਹੈ, ਸ਼ੀ ਰੋਟ ਅ ਲੈਟਰ. ਠੀਕ ਹੈ, ਰੋਟ ਇੱਕ ਐਕਸ਼ਨ ਹੈ ਤੇ ਡਾਇਰੈਕਟਲੀ ਕਿਹਦੇ ਤੇ ਹੋ ਰਿਹਾ ਵਾ, ਆਬਜੈਕਟ ਵਿਚ ਇਜ਼ ਲੈਟਰ. complement a complement completes the meaning of subject or object, often comes after linking verbs like is, am, are, seems, because. There is example, she is a doctor. ਜਿਹੜੇ ਕੰਪਲੀਮੈਂਟ ਹੁੰਦੇ ਆ ਉਹ ਕਿਹਦੇ ਬਾਅਦ ਆਉਂਦੇ ਆ, is, am, are, seems, becomes ਵਗੈਰਾ ਦੇ ਬਾਅਦ ਚ ਆਉਂਦੇ ਆ. ਠੀਕ ਹੈ ਜੀ,
ਹੁਣ ਇੱਥੇ ਸ਼ੀ ਇਜ਼ ਅ ਡਾਕਟਰ, ਸਬਜੈਕਟ ਕੰਪਲੀਮੈਂਟ, ਸਬਜੈਕਟ ਦਾ ਜਿਹੜਾ ਕੰਪਲੀਮੈਂਟ ਹੈ ਉਹ ਡਾਕਟਰ ਹੈ ਨਾ। ਤੇ ਆਇਆ ਕਿਹਦੇ ਬਾਅਦ ਹੈ, ਇਸ ਤੋਂ ਬਾਅਦ ਦੇ ਇਲੈਕਟਡ ਹਿਮ ਲੀਡਰ। ਲੀਡਰ ਇੱਕ ਕੰਪਲੀਮੈਂਟ ਹੈ, ਠੀਕ ਹੈ। ਤੇ ਉਹ ਆਇਆ ਜੋ ਹਿਮ ਦੇ ਬਾਅਦ ਹੈ ਨਾ। ਤਾਂ ਇਸ ਤਰੀਕੇ ਨਾਲ ਸੋ ਕੰਪਲੀਮੈਂਟ ਦਾ ਮਤਲਬ ਤੁਸੀਂ ਸਾਰਾ ਕੁਝ ਸਮਝਦੇ ਹੋ, ਠੀਕ ਹੈ। ਕੰਪਲੀਮੈਂਟ ਦਾ ਮਤਲਬ ਕੀ ਹੈ, ਠੀਕ ਹੈ। ਕੰਪਲੀਮੈਂਟ ਹੁੰਦਾ ਹੈ ਕਿਸੇ ਦੀ ਜਿਹੜੀ ਉਪਾਧੀ, ਕਿਸੇ ਦੀ ਡੈਜ਼ਿਗਨੇਸ਼ਨ ਵਗੈਰਾ ਨੂੰ ਨਾ ਹਾਈਲੀ ਪ੍ਰੋਸਪੈਕਟਸ ਨੂੰ ਡਿਫਾਈਨ ਕਰਨਾ ਹੈ ਨਾ। ਤੇ ਇੱਥੇ ਡਾਕਟਰ ਹੈ, ਲੀਡਰ ਹੈ, ਉਹਨਾਂ ਦੇ ਹਾਇਰ ਪੋਜੀਸ਼ਨ ਨੂੰ ਡਿਫਾਈਨ ਕਰ ਰਿਹਾ ਹੈ। ਸ਼ੀ ਦੇ ਹਾਇਰ ਪੋਜੀਸ਼ਨ ਨੂੰ ਡਿਫਾਈਨ ਕਰ ਰਿਹਾ, ਦੇ ਇਲੈਕਟਡ ਹਿਮ ਲੀਡਰ, ਹਿਮ ਦੀ ਜਿਹੜੇ ਡੈਜ਼ਿਗਨੇਸ਼ਨ ਨੂੰ ਡਿਫਾਈਨ ਕਰ ਰਿਹਾ ਐਜ਼ ਅ ਲੀਡਰ, ਹੀ ਇਜ਼ ਇਲੈਕਟਡ ਐਜ਼ ਅ ਲੀਡਰ, ਰਾਈਟ। ਸੋ ਦੈਟਸ ਵਾਈ ਮੋਡੀਫਾਇਰ, ਅ ਮੋਡੀਫਾਇਰ ਡਿਸਕ੍ਰਾਈਬਸ ਔਰ ਐਡ ਡਿਟੇਲ ਟੂ ਅ ਵਰਡ। ਮੋਡੀਫਾਇਰ ਕੀ ਹੁੰਦਾ ਹੈ, ਇਹ ਵਰਡ ਵਿੱਚ ਡਿਟੇਲਸ ਐਡ ਕਰਦਾ। ਇਟ ਕੈਨ ਬੀ ਐਡਜੈਕਟਿਵ, ਐਡਵਰਬ, ਫੇਜ਼ ਔਰ ਕਲੌਜ਼। ਇਹ ਐਡਜੈਕਟਿਵ ਵੀ ਹੋ ਸਕਦਾ ਹੈ, ਐਡਵਰਬ ਵੀ ਹੋ ਸਕਦਾ ਹੈ, ਠੀਕ ਹੈ। ਕੋਈ ਫਰਜ਼ ਜਾਂ ਕਲੌਜ਼ ਵੀ ਹੋ ਸਕਦਾ ਹੈ। ਫॉर एग्जाम्पल अ ब्यूटीफुल गर्ल स्माइल्ड। ਇੱਥੇ ਬਿਊਟੀਫੁਲ ਕੀ ਹੈ, ਐਡਜੈਕਟਿਵ ਹੈ ਨਾ। ਇਹ ਇੱਥੇ ਤੇ ਬਿਊਟੀਫੁਲ ਇੱਕ ਮੋਡੀਫਾਇਰ ਵੀ ਬਣ ਗਿਆ ਹੈ ਨਾ, ਕਿਉਂਕਿ ਉਹਨੇ ਕੀ ਕੀਤਾ, ਵਰਡ ਦੀ ਡਿਟੇਲ ਐਡ ਕਰ ਦਿੱਤੀ। ਹੀ ਰੈਨ ਕੁਇਕਲੀ, ਠੀਕ ਹੈ, ਕੁਇਕਲੀ ਐਡਵਰਬ ਹੈ ਨਾ। ਤੇ ਹੁਣ ਇੱਥੇ ਇਹ ਕੀ ਹੈ, ਮੋਡੀਫਾਇਰ ਹੈ, ਹੀ ਰੈਨ ਕੁਇਕਲੀ, ਇਹਨੂੰ ਡਿਸਕ੍ਰਾਈਬ ਕਰ ਰਿਹਾ, ਇਹਨੂੰ ਡਿਟੇਲ ਐਡ ਕਰ ਰਿਹਾ ਵਾ, ठीक है। a first phrase, sorry, a phrase is group of word without a subject verb combination। phrase ਕੀ ਹੁੰਦਾ ਹੈ, ਇੱਕ group of word ਹੁੰਦਾ ਹੈ without subject, ਵੀ ਕਿਸੇ ਵੀ verb subject ਦਾ combination ਤੋਂ ਬਗੈਰ ਇੱਕ group of words ਹੁੰਦਾ ਹੈ, ਠੀਕ ਹੈ। it acts as one part of speech in sentence। a boy in a red shirt is my friend, ठीक है। ਹੁਣ in a red shirt is a phrase, ਠੀਕ ਹੈ। ਇਹਦਾ subject verb combination ਹੈ ਨਹੀਂ। clause, a clause contain a subject and verb। clause ਕੀ ਹੁੰਦਾ ਹੈ, ਇਹ ਇਹਦੇ ਵਿੱਚ subject ਤੇ verb contain ਕਰਦੇ ਆ, ਠੀਕ ਹੈ। independent clause, it can stand alone। independent clause ਕੀ ਹੁੰਦਾ ਹੈ, ਇਹ ਇਕੱਲਾ ਹੀ ਹੁੰਦਾ ਹੈ, ਇਹਦੇ ਵਿੱਚ ਕੋਈ ਵੀ connectors ਨਹੀਂ ਹੁੰਦਾ, ਠੀਕ ਹੈ। connector in the sense ਇਹ dependent ਨਹੀਂ ਹੁੰਦਾ, ਇੱਕ ਸਿੰਗਲ sentence ਹੁੰਦਾ। I went home, ਠੀਕ ਹੈ। ਤੇ ਇਹ ਇਕੱਲਾ ਹੀ ਹੈ, ਠੀਕ ਹੈ। dependent clause ਕੀ ਹੁੰਦਾ ਹੈ, cannot stand alone, because it was raining। If we make a complete sentence in an independent clause, I went home, right? But when we make it dependent clause नाल, ठीक है, एक dependent sentence बनाते, it becomes I went home because it was raining, ठीक है। because it was raining एक dependent sentence है किधे पे, independent clause ਦੇ ਉੱਤੇ, ठीक है। एक dependent clause है independent clause ਦੇ ਉੱਤੇ, which is I went home। ਹੁਣ ਇੱਥੇ ਸਾਡੀ ਸਮਰੀ ਆ, ਕੰਪਲੀਟ ਸੈਂਟੈਂਸ ਯੂਜੂਅਲੀ ਕੰਟੇਨਸ। ਇੱਕ ਕੰਪਲੀਟ ਸੈਂਟੈਂਸ ਵਿੱਚ ਜਿਹੜਾ ਯੂਜੂਅਲੀ ਹੁੰਦਾ ਉਹ ਕੀ ਹੁੰਦਾ, ਸਬਜੈਕਟ, ਵਰਬ, ਆਬਜੈਕਟ, ਮੋਡੀਫਾਇਰ, ਇਟ ਕੈਨ ਬੀ ਆਪਸ਼ਨਲ, ਠੀਕ ਹੈ। ਤੇ ਕੰਪਲੀਮੈਂਟ ਹੋ ਸਕਦਾ ਹੈ, ਕਈ ਵਾਰੀ ਨਹੀਂ ਵੀ ਹੋ ਸਕਦਾ, ਬਟ ਮੇਨਲੀ ਕੰਟੇਨਸ, ਮੇਨਲੀ ਕੀ ਹੁੰਦਾ ਇਹਦੇ ਚ, ਸਬਜੈਕਟ, ਵਰਬ ਤੇ ਆਬਜੈਕਟ ਹੀ ਹੁੰਦਾ ਹੈ, ਠੀਕ ਹੈ ਜੀ। ਨਾउ ਟਾਈਪ ਆਫ ਸੈਂਟੈਂਸ ਔਨ ਦਾ ਬੇਸਿਸ ਆਫ ਪਰਪਸ। ਪਰਪਸ ਦੇ ਤੌਰ ਤੇ ਜਿਹੜੇ ਸੈਂਟੈਂਸ ਉਹ ਕਿੰਨੇ ਟਾਈਪ ਦੇ ਹੁੰਦੇ ਆ, ਠੀਕ ਹੈ। ਸੈਂਟੈਂਸਸ ਕੈਨ ਬੀ classified, sorry, according to the purpose they serve in communication। ਸੈਂਟੈਂਸਸ ਨੂੰ ਕਲਾਸੀਫਾਈ ਕੀਤਾ ਜਾਂਦਾ ਅਕੋਰਡਿੰਗ ਟੂ ਦਾ ਪਰਪਸ, ਇਹ ਕਮਿਊਨੀਕੇਸ਼ਨ ਵਿੱਚ ਕਿੱਦਾਂ ਪ੍ਰਦਾਨ ਕੀਤੇ ਜਾਂਦੇ। ਸੋ देयर आर 4 ਮੇਨ ਟਾਈਪਸ, ਇਹ 4 ਮੇਨ ਟਾਈਪ 4 ਤਰ੍ਹਾਂ ਦੇ ਹੁੰਦੇ ਆ। ਫਸਟ ਆਫ ਆਲ ਡਿਕਲੇਰੇਟਿਵ। ਡਿਕਲੇਰੇਟਿਵ ਹੁੰਦਾ ਹੈ ਕਿਸੇ ਦੇ ਬਾਰੇ ਕੋਈ ਸਟੇਟ ਡਿਕਲੇਅਰ ਕਰਨਾ, ਕੋਈ ਇਨਫੋਰਮੇਸ਼ਨ ਕਲੈਰੀਫਾਈ ਕਰਨਾ, ਠੀਕ ਹੈ। ਕਿਸੇ ਦੇ ਬਾਰੇ ਪੂਰਨ ਤੌਰ ਤੇ ਕੋਈ ਸੂਚਨਾ, ਜਿੱਦਾਂ ਕਹਿ ਸਕਦੇ ਹੋ ਨਾ, ਕਿਸੇ ਦੇ ਬਾਰੇ ਪ੍ਰੋਪਰ ਤਰੀਕੇ ਨਾਲ ਕੁਝ ਜਿਹੜਾ ਹੈ ਅਵੇਅਰ ਕਰਨਾ ਟਾਈਪਸ। ਸੋ it has purpose to state or declare information, okay। so these sentence gives facts, opinions or descriptions, ਠੀਕ ਹੈ। ਇਹ sentence ਕਿੱਦਾਂ ਦੇ ਹੁੰਦੇ ਆ, ਇਹਨਾਂ ਵਿੱਚ ਕੋਈ ਫੈਕਟ ਦਿੱਤਾ ਹੋ ਸਕਦਾ ਹੈ, ਕਿਸੇ ਦਾ ਕੋਈ opinion ਦੱਸਿਆ ਗਿਆ ਹੋ ਸਕਦਾ ਹੈ ਕਿਸੇ ਬਾਰੇ, ਔਰ ਕੋਈ ਵੀ description ਦਿੰਦੇ ਆ। they end with full stop, ਇਹ full stop ਨਾਲ end ਹੁੰਦੇ ਆ, ਠੀਕ ਹੈ। ਇਹਨਾਂ ਦਾ ending point, ਇਹਨਾਂ ਦੇ end ਵਿੱਚ ਕੀ ਹੁੰਦਾ ਹੈ, full stop ਦਿੱਤਾ ਗਿਆ ਹੁੰਦਾ ਹੈ। for example the sky is blue, ਇਹ ਇੱਕ statement ਹੈ, ਇੱਕ declaration ਹੈ, ਠੀਕ ਹੈ। ਤੇ ਨਾਲ ਇੱਕ ਫੈਕਟ ਵੀ ਹੈ, ਇੰਡੀਆ ਇਜ਼ ਲਾਰਜ ਕੰਟਰੀ, ਇਟ ਇਜ਼ ਅ ਫੈਕਟ, ਆਈ ਲਾਈਕ ਰੀਡਿੰਗ ਬੁੱਕ, ਇਟ ਇਜ਼ ਓਪੀਨੀਅਨ, ठीक है। it could be description but it is opinion clearly like। interrogative sentence ਦੇ ਵਿੱਚ ਕੀ ਹੁੰਦਾ ਹੈ, interrogative ਦਾ ਮਤਲਬ ਹੀ ਹੁੰਦਾ ਹੈ to ask a question,
ठीक है, द मेन पर्पज की टू आस्क क्वेश्चन। ਦਿਸ ਸੈਂਟੈਂਸ ਸੀਕਸ ਇਨਫੋਰਮੇਸ਼ਨ, ਇਹਨਾਂ ਦੇ ਵਿੱਚ ਕੀ ਹੁੰਦਾ ਹੈ, ਕੋਈ ਇਨਫੋਰਮੇਸ਼ਨ ਦੀ ਖੋਜ ਦੇ ਵਿੱਚ ਹੁੰਦੇ ਆ, ਠੀਕ ਹੈ ਜੀ। ਤੇ ਐਂਡ ਵਿਦ ਕੁਐਸਚਨ ਮਾਰਕ, ਇਹ ਕੁਐਸਚਨ ਮਾਰਕ ਨਾਲ ਐਂਡ ਹੁੰਦੇ ਆ। the often begin with what, why, when, where, who, how and helping verb like is, do, can, will, ਠੀਕ ਹੈ ਜੀ। ਇਹ ਆਮ ਤੌਰ ਤੇ ਇਹਨਾਂ ਜਿਹੜੀ ਵੀ ਅਸੀਂ ਕੀਤੇ ਆ, ਠੀਕ ਹੈ, ਨੇਮ ਪ੍ਰੋਨਾਂਸੀਏਟ ਕੀਤੇ ਆ, ਠੀਕ ਹੈ, ਵਰਡਸ ਪ੍ਰੋਨਾਂਸੀਏਟ ਕੀਤੇ ਆ, ਉਹਨਾਂ ਤੋਂ ਸ਼ੁਰੂ ਹੁੰਦੇ ਆ, ਠੀਕ ਹੈ। ਐਗਜ਼ਾਮਪਲ, what is your name, are you coming today, why are you late? So those sentences which are ends with question mark, they are interrogative sentences, clearly interrogative sentence ਹੁੰਦੇ ਆ, ਠੀਕ ਹੈ। ਇਹਨਾਂ ਵਿੱਚ ਸਾਨੂੰ ਦੋ ਵਾਰੀ ਸੋਚਣ ਦੀ ਜ਼ਰੂਰਤ ਨਹੀਂ ਹੈ, ਸਾਨੂੰ ਕਲੀਅਰਲੀ ਪਤਾ ਹੁੰਦਾ ਹੈ ਵੀ ਇਹ ਇੰਟੈਰੋਗੇਟਿਵ ਹੈ। ਇੰਪੈਰੇਟਿਵ ਸੈਂਟੈਂਸ ਕੀ ਹੁੰਦੇ ਹੈ, ਇਹ ਇਸ ਤਰੀਕੇ ਦੇ ਸੈਂਟੈਂਸ ਹੁੰਦੇ ਹੈ ਵਿਚ ਆਰ ਗਿਵਿੰਗ ਕਮਾਂਡਸ, ਰਿਕੁਐਸਟ, ਐਡਵਾਈਸ ਔਰ ਇੰਸਟਰਕਸ਼ਨਸ। ਸੋ ਦ ਸਬਜੈਕਟ ਯੂ ਇਜ਼ ਯੂਜੂਅਲੀ ਅੰਡਰਸਟੂਡ। ਇਹਨਾਂ ਵਿੱਚ ਕੀ ਹੁੰਦਾ ਹੈ ਕਿ ਜਿਹੜਾ ਸਬਜੈਕਟ ਹੈ, ਠੀਕ ਹੈ, ਜਿਹੜਾ ਕਿ ਯੂ ਹੁੰਦਾ ਹੈ, ਠੀਕ ਹੈ, ਯੂਜੂਅਲੀ ਅੰਡਰਸਟੂਡ ਹੁੰਦਾ ਹੈ, ਇਹ ਰਿਟਨ ਨਹੀਂ ਹੁੰਦਾ, ਇਹ ਸਮਝਾਇਆ ਗਿਆ ਹੁੰਦਾ ਵਾ ਬਸ। They usually end with full stop but can also return in exclamation mark। ਇਹ ਵੈਸੇ ਤਾਂ ਆਮ ਤੌਰ ਤੇ full stop ਨਾਲ end ਹੁੰਦੇ ਆ but can also end with an exclamation mark। ਇਹ ਕਈ ਵਾਰੀ exclamation mark ਨਾਲ ਵੀ end ਹੁੰਦੇ ਆ। with when the command is strong। So we have some examples। First, close the door, please help me, sit down, don't touch that। So they are imperative sentences, ठीक है। close the door ਇੱਕ ਜਿਹੜਾ ਹੈ ਤੁਸੀਂ ਕਹਿ ਸਕਦੇ ਹੋ ਇੱਕ ਕਮਾਂਡ ਹੈ, ਪਲੀਜ਼ ਹੈਲਪ ਮੀ ਰਿਕੁਐਸਟ ਹੈ, ਸਿਟ ਡਾਊਨ ਇੱਕ ਇੰਸਟਰਕਸ਼ਨ ਹੈ, ਇਟ ਕੈਨ ਬੀ ਐਡਵਾਈਸ ਬਟ ਮੇ ਬੀ ਜਿਹੜਾ ਹੈ ਇਹਨੂੰ ਸ਼ਾਇਦ ਹੀ ਆਪਾਂ ਐਡਵਾਈਸ ਕਰ ਸਕਦੇ in some kind of situation, but it is instruction, don't touch that। it is also advice or it can be advice or instruction। exclamatory sentence ਜਿਹੜੀ ਪਹਿਲੇ ਮੈਂ ਤੁਹਾਨੂੰ ਦੱਸਿਆ ਨਾ ਐਡਵਾਈਸ ਔਰ ਜਿਹੜੇ ਇੰਸਟਰਕਸ਼ਨਸ ਹੈ, ਇਹ ਡਿਫਰੈਂਟ ਸਿਚੁਏਸ਼ਨਸ ਦੇ ਵਿੱਚ ਹੁੰਦੇ ਆ, ਠੀਕ ਹੈ ਜੀ। ਇਹ ਬੋਲਣ ਦੇ ਤਰੀਕੇ ਨਾਲ, ਬੋਲਣ ਦੇ ਮੈਨਰ ਨਾਲ ਕਲੈਰੀਫਾਈ ਹੋ ਸਕਦੇ ਹੈ ਕਿ ਇਹ ਕਿੱਦਾਂ ਦਾ ਹੋ ਸਕਦਾ ਹੈ, ਕੋਈ ਐਡਵਾਈਸ ਹੋ ਸਕਦੀ ਹੈ, ਫਿਰ ਕੋਈ ਵੀ ਇੰਸਟਰਕਸ਼ਨ ਹੋ ਸਕਦਾ ਹੈ, ਠੀਕ ਹੈ ਜੀ। exclamatory sentence purpose to express strong emotions such as surprise, happiness, anger or excitement। ਜਿਹੜੇ ਐਕਸਕਲੇਮੇਟਰੀ ਸੈਂਟੈਂਸਸ ਹੁੰਦੇ ਆ, ਇਹਨਾਂ ਦਾ ਪਰਪਸ ਕੀ ਹੁੰਦਾ ਹੈ, ਸਟਰੋਂਗ ਇਮੋਸ਼ਨ ਨੂੰ, ਸਰਪ੍ਰਾਈਜ਼ ਨੂੰ, ਹੈਪੀਨੈਸ ਨੂੰ, ਐਕਸਾਈਟਮੈਂਟ ਨੂੰ ਜਾਂ ਐਂਗਰ ਨੂੰ ਜਿਹੜਾ ਐਕਸਪ੍ਰੈਸ ਕਰ ਰਹੇ ਹੁੰਦੇ ਆ। ਸੋ ਦਿਸ ਸੈਂਟੈਂਸ ਆਲਵੇਜ਼ ਐਂਡਸ ਵਿਦ ਐਕਸਕਲੇਮੇਸ਼ਨ ਮਾਰਕ। ਇਹ ਤੁਹਾਨੂੰ ਦੋ ਵਾਰੀ ਨਹੀਂ ਸੋਚਣਾ ਪਏਗਾ ਕਿਉਂਕਿ ਇਹ ਜਿਹੜੇ ਸੈਂਟੈਂਸ ਹੈ ਐਕਸਕਲੇਮੇਸ਼ਨ ਮਾਰਕ ਨਾਲ ਐਂਡ ਕਰਦੇ, ਬਟ ਸਮਟਾਈਮਸ ਜਿਹੜੇ ਇੰਪੈਰੇਟਿਵ ਵੀ ਹੁੰਦੇ ਹੀ ਹੈ। ਬਟ ਇੰਪੈਰੇਟਿਵ ਦਾ ਕੀ ਹੁੰਦਾ ਹੈ ਕਿ ਜਿਹੜੇ ਇੰਪੈਰੇਟਿਵ ਹੁੰਦੇ ਆ ਐਕਸਕਲੇਮੇਸ਼ਨ ਮਾਰਕ ਦੇ ਨਾਲ ਐਂਡ ਹੁੰਦੇ ਹੋਏ, ਉਹ ਕੋਈ ਇੰਸਟਰਕਸ਼ਨ ਨਹੀਂ ਹੋ ਸਕਦੀ ਹੈ, ਕੋਈ ਵੀ ਸਟਰੋਂਗ ਕਮਾਂਡ ਹੋ ਸਕਦੀ ਹੈ। ਇਹਦੇ ਵਿੱਚ ਤੁਹਾਨੂੰ ਕੋਈ ਸਰਪ੍ਰਾਈਜ਼, ਹੈਪੀਨੈਸ, ਐਂਗਰ ਔਰ ਐਕਸਾਈਟਮੈਂਟ ਸ਼ੋ ਨਹੀਂ ਹੋਏਗਾ। What a beautiful view, wow, that's amazing, oh no, I forgot my keys। So these are some kind of exclamatory sentences। In a summary table we have type of sentences, their purpose, their ending marks and the example of them। So declarative states information, ठीक है जी, ends with full stop or she is my friend। This is an example। Interrogative which a question ਕਰਦੇ ਆ, they seeks for information, they ends with full question mark। ਤੇ ਇਹਦੀ ਐਗਜ਼ਾਮਪਲ ਆਪਾਂ ਕੀ ਕਰ ਸਕਦੇ ਆ, where do you live, what is your name, right। ਇਦਾਂ ਦੇ। imperative ਕੀ ਹੁੰਦਾ ਹੈ, they give command or request। ਹੋਰ ਵੀ ਸੀਗੇ ਕਿਤੇ ਜਿਹੜੇ ਐਡਵਾਈਸ ਹੋ ਸਕਦੇ ਆ, ਹੈ ਨਾ, ਬਟ ਮੋਸਟਲੀ ਕੀ ਹੈ, ਕਮਾਂਡ ਔਰ ਰਿਕੁਐਸਟ ਟਾਈਪ ਦੇ ਹੀ ਹੁੰਦੇ ਆ, ਠੀਕ ਹੈ। ਇਹਨਾਂ ਦਾ ਐਂਡ ਕੀ ਹੁੰਦਾ ਹੈ, ਫੁੱਲ ਸਟਾਪ ਔਰ ਐਕਸਕਲੇਮੇਸ਼ਨ ਮਾਰਕ, ठीक है। exclamatory sentence they shows the emotion। so quick reminder, declarative statement, interrogative question, imperative command or request, exclamatory emotion। type of sentences on the basis of structure। sentences can be grouped based on how many clauses they have and how they are arranged।
On the basis of structure, sentence can be grouped based on how many clause, ਉਹਨਾਂ ਦੇ ਵਿੱਚ ਕਿੰਨੇ clause ਹੈ ਤੇ ਉਹਨਾਂ ਨੂੰ ਕਿੱਦਾਂ arrange ਕੀਤਾ ਗਿਆ। A clause is a group of words with subject and verb. Clause ਕੀ ਹੁੰਦਾ ਹੈ, ਇਹ group of words ਹੁੰਦਾ ਹੈ with subject and verb. There are three main types. ਇਹਨਾਂ ਦੇ ਤਿੰਨ ਪ੍ਰਕਾਰ ਹੁੰਦੇ ਆ, ਕਿਹੜੇ? Simple sentences, ਠੀਕ ਹੈ, complex and compound sentences. So for ਇਹਨਾਂ ਬਾਰੇ description ਵਿੱਚ ਜੇ ਪੜ੍ਹੀਏ ਤਾਂ first ਹੈ ਸਾਡੇ ਕੋਲ simple sentence. A simple sentence has only one independent clause. It has one subject verb combination. It expresses one complete idea. It does not contain any dependent clause. ਜਿਹੜਾ simple sentence ਹੁੰਦਾ ਹੈ ਇਹਦੇ ਵਿੱਚ ਇੱਕ ਹੀ subject verb combination ਹੁੰਦਾ ਹੈ, ਇਹ independent ਹੁੰਦਾ ਹੈ, dependent ਨਹੀਂ ਹੁੰਦਾ। ਤੇ ਜਿਹੜਾ ਹੈ ਕਿਸੇ ਦੇ ਇਹਦੇ ਵਿੱਚ ਕੋਈ ਵੀ ਡਿਪੈਂਡੈਂਟ ਕਲੌਜ਼ ਐਡ ਨਹੀਂ ਹੁੰਦਾ, ਠੀਕ ਹੈ। ਸੋ ਐਗਜ਼ਾਮਪਲ ਇਹਦੇ ਹੈ, ਸ਼ੀ ਸਮਾਈਲ ਦ ਸਟੂਡੈਂਟ ਆਰ ਸਟੱਡਿੰਗ, ਆਈ ਬੋਟ ਅ ਨਿਊ ਬੁੱਕ। ਕੀ ਫੀਚਰਸ ਇਹਦੇ ਕੀ ਹੈ, ਇਹਦੇ ਵਿੱਚ ਇੱਕੋ ਹੀ ਸਬਜੈਕਟ ਹੁੰਦਾ ਹੈ ਤੇ ਇੱਕੋ ਹੀ ਵਰਬ ਹੁੰਦਾ ਹੈ। ਈਜ਼ੀ ਇਨ ਸਟਰਕਚਰ, can be short or long but still has one main idea. Second, a compound sentence. A compound sentence has two or more independent clauses. These clauses have equal importance. They are joined by coordinated conjunction called fanboys, for, and, nor, but, or, yet, so, or by a semicolon. So the examples की है, I wanted to go for a walk but it started raining. So ਇਹਦੇ ਕੰਪਾਊਂਡ ਸੈਂਟੈਂਸਸ ਕੀ ਹੁੰਦੇ ਆ, ਕੰਪਾਊਂਡ ਸੈਂਟੈਂਸ ਸੰਯੁਕਤ ਵਾਕ ਤੁਸੀਂ ਕਹਿ ਸਕਦੇ ਹੋ। ਇਹ ਕਿਸੇ ਕੋਆਰਡੀਨੇਟਡ ਕੰਜੰਕਸ਼ਨ ਨਾਲ ਜੁੜੇ ਹੁੰਦੇ ਆ, ਜੇ ਸੈਮੀਕੋਲਨ ਦੇ ਨਾਲ ਅੱਗੇ ਵਧਾਏ ਗਏ ਹੁੰਦੇ ਆ, ਠੀਕ ਹੈ। ਇਹਦੇ ਕੀ ਫੀਚਰ ਹੁੰਦੇ ਹੈ ਕਿ two or more complete sentences combined. No independent clause, shows contrast, addition, cause, choice, etc. Now we have complex sentence. Complex sentence has one independent clause and one more dependent subordinating clause. The dependent clause cannot stand alone. The dependent clause है ਇਹ ਇਕੱਲਾ ਨਹੀਂ ਹੋ ਸਕਦਾ, ਠੀਕ ਹੈ। ਇਹਦੇ ਵਿੱਚ subordinating conjunction, there are subordinating conjunction are used there, such as, because ਇਹਨਾਂ ਦੇ ਨਾਲ ਕੁਝ subordinating conjunction ਹੁੰਦੇ ਆ, because, although, when, while, since, if, unless, that, who, which, where। ਇਹਦੇ examples ਹੈ, I stayed home because it was raining। ਫਿਰ ਇੱਥੇ ਜਿਹੜਾ ਇੱਕ dependent clause ਹੈ ਉਹ ਹੈ I stayed home, but ਇੱਕ ਇੰਡੀਪੈਂਡੈਂਟ ਹੈ, ਸੌਰੀ, I stayed home, but ਜਿਹੜਾ ਡਿਪੈਂਡੈਂਟ ਹੈ ਉਹ ਕਿਹੜਾ ਹੈ, ਜਿਹੜਾ subordinate clause ਤੋਂ ਬਾਅਦ ਆ ਰਿਹਾ ਹੈ, it was raining। When the teacher arrived, the student becomes silent. The student becomes silent is independent clause, but when teacher arrived, the teacher arrived है, when ਜਦੋਂ teacher आए, ठीक है, it is dependent on the student becomes silent, right? So the boy who won the race is my friend. Who won the race is dependent on the boy is my friend ਦੇ ਉੱਤੇ, ਠੀਕ ਹੈ ਜੀ। ਸੋ ਕੀ ਫੀਚਰਸ ਇਹਦੇ ਕੀ ਹੈ, ਵਨ ਮੇਨ ਆਈਡੀਆ ਪਲੱਸ ਐਕਸਟਰਾ ਇਨਫੋਰਮੇਸ਼ਨ ਡਿਸਕ੍ਰਾਈਬ ਹੁੰਦੀ ਹੈ, ਸ਼ੋਜ਼ ਕਾਜ਼, ਟਾਈਮ, ਕੰਡੀਸ਼ਨ, ਪਰਪਸ ਐਕਸੈਟਰਾ, ਮੋਰ ਐਡਵਾਂਸ ਐਂਡ ਡਿਟੇਲ ਸਟਰਕਚਰ। ਹੁਣ ਇੱਥੇ ਇਹਦੇ ਸਮਰੀ ਟੇਬਲ ਦੇ ਵਿੱਚ ਇਹਦੇ ਟਾਈਪ, ਕਲੌਜ਼, ਜੁਆਇਨਰਸ ਐਂਡ ਐਗਜ਼ਾਮਪਲ ਦਿੱਤੇ ਗਏ ਹੈ। ਸਿੰਪਲ ਸੈਂਟੈਂਸ ਦੇ ਵਿੱਚ ਇੱਕ ਇੰਡੀਪੈਂਡੈਂਟ ਕਲੌਜ਼ ਹੁੰਦਾ ਹੈ, ਕੋਈ ਵੀ ਜੁਆਇਨਰ ਨਹੀਂ ਹੁੰਦਾ, ਠੀਕ ਹੈ। ਕੰਪਾਊਂਡ ਵਿੱਚ ਜਿਹੜੇ ਹੈ 2+ ਇੰਡੀਪੈਂਡੈਂਟ ਕਲੌਜ਼ ਹੁੰਦੇ ਆ, ਠੀਕ ਹੈ, ਤੇ ਇਹਨਾਂ ਨੂੰ ਫੈਨ ਬॉयਜ਼ ਔਰ ਸੈਮੀਕੋਲਨਸ ਦੇ ਨਾਲ ਜੁੜਿਆ ਹੁੰਦਾ ਹੈ। ਬਟ ਕੰਪਲੈਕਸ ਸੈਂਟੈਂਸ ਵਿੱਚ ਇੱਕ ਇੰਡੀਪੈਂਡੈਂਟ ਤੇ ਇੱਕ ਡਿਪੈਂਡੈਂਟ ਕਲੌਜ਼ ਹੁੰਦਾ ਹੈ, ਜਿਹਨਾਂ ਨੂੰ ਸਬਆਰਡੀਨੇਟਡ ਕੰਜੰਕਸ਼ਨ ਦੇ ਨਾਲ ਜਿਹੜਾ ਜੁੜਿਆ ਗਿਆ ਹੁੰਦਾ ਹੈ। Agreement of verb with subject, also called subject verb agreement. So subject verb agreement means the verb must match the subject in number, singular or plural। ਜਿਹੜਾ subject verb agreement ਹੁੰਦਾ ਇਹਦਾ ਮਤਲਬ ਕੀ ਹੁੰਦਾ ਹੈ ਕਿ ਜਿਹੜਾ verb ਹੈ ਇਹ ਮੈਚ ਕਰਨਾ ਚਾਹੀਦਾ subject ਦੇ ਨਾਲ in number ਦੇ ਵਿੱਚ, ਠੀਕ ਹੈ। A person, this rule helps in making sentence grammatically correct। ਇਹ ਰੂਲ ਕੀ ਹੈਲਪ ਕਰਦਾ ਹੈ ਸੈਂਟੈਂਸ ਨੂੰ ਗ੍ਰਾਮੈਟਿਕਲੀ ਕਰੈਕਟ ਕਰਨ ਦੇ ਵਿੱਚ। singular subject to singular verb, when a subject is one person or a one thing, the verb takes singular form, usually and with as or yes। ਜਦੋਂ ਸਬਜੈਕਟ ਵਿੱਚ ਇੱਕ ਪਰਸਨ ਜਾਂ ਕੋਈ ਇੱਕ ਥਿੰਗ ਦਿੱਤੀ ਹੁੰਦੀ ਹੈ ਤਾਂ ਵਰਬ ਕੀ ਹੁੰਦਾ ਹੈ ਇੱਕ ਸਿੰਗੂਲਰ ਫਾਰਮ ਲੈ ਕਰਕੇ ਹੀ
ਐਸ ਜਾਂ ਈਐਸ ਦੇ ਨਾਲ ਐਂਡ ਹੋ ਜਾਂਦਾ ਹੈ। ਫॉर एग्जांपल she writes a letter, the boy plays cricket, a dog barks loudly। ਹੁਣ ਜਦੋਂ ਪਲੂਰਲ ਸਬਜੈਕਟ ਹੁੰਦਾ ਤਾਂ ਪਲੂਰਲ ਵਰਬ ਹੀ ਯੂਜ਼ ਕੀਤਾ ਜਾਂਦਾ ਹੈ। ਹੁਣ ਇੱਥੇ ਕੀ ਹੈ, ਇੱਥੇ ਜਿਹੜਾ ਵਰਬ ਹੈ ਉਹਦੇ ਨਾਲ ਐਸ ਨਹੀਂ ਲੱਗਦਾ, ਐਸ ਜਾਂ ਈਐਸ ਨਹੀਂ ਯੂਜ਼ ਹੁੰਦਾ। ਸੋ ਵੈਨ ਦ ਸਬਜੈਕਟ ਇਜ਼ ਮੋਰ ਦੇਨ वन ਦ ਵਰਬ ਇਜ਼ plural, so there is no s or es। ठीक है। so they write letter, the boys play cricket, dogs bark loudly। when two subjects are joined by and, use a plural verb। when there are two subjects joined by and, you can use plural verb। for example, Ram and Sham are friend। ठीक है। is ਦਾ plural are ਹੁੰਦਾ ਹੈ ਤੇ ਇਹਦੇ ਵਾਸਤੇ ਇੱਥੇ are ਹੈ। ਹੁਣ ਜੇ ਇੱਥੇ ਕੱਲਾ ਸੈਂਟੈਂਸ ਹੁੰਦਾ ਤਾਂ ਉਹ ਕਿੱਦਾਂ ਦਾ ਹੁੰਦਾ, ਰਾਮ ਇਜ਼ ਫਰੈਂਡ ਆਫ ਸ਼ਾਮ, ਹੈ ਨਾ। but Ram and Sham connected or joined by and, so there we use plural verb। the teacher and the student were present, the teacher and the students were present was the plural in the verb। ਤੇ ਇਸੇ ਵਜ੍ਹਾ ਨਾਲ ਇੱਥੇ ਕਿਉਂਕਿ ਦੇਖੋ ਦੋ ਇੱਥੇ subjects ਹੈ, the teacher and the student, so and it is also joined by and, so there we use plural verb। exception ਕਿੰਨਾ ਤੋਂ ਇਲਾਵਾ, if both noun refer to one person or one idea। ਠੀਕ ਹੈ। ਜਦੋਂ both nouns ਹੈ, ਇਹ one person ਜਾਂ one idea ਨੂੰ refer ਹੁੰਦੇ ਆ, so ਭਾਵੇਂ ਇਹਨਾਂ ਦੇ ਵਿੱਚ and ਹੀ ਕਿਉਂ ਨਾ ਲੱਗਿਆ ਹੋਵੇ। ਠੀਕ ਹੈ। ਇਹ ਕੀ ਹੁੰਦੇ ਆ, ਇਹਨਾਂ ਦੇ ਨਾਲ singular verb ਹੀ use ਕੀਤਾ ਜਾਂਦਾ ਹੈ। bread and butter, they both were noun, but it referred to one idea which is breakfast, so there we use bread and butter is my breakfast। the poet and teacher is coming, so there are two nouns, right? the poet and teacher। ठीक है। but it refers to one idea which is coming। okay। ਤੇ ਇੱਥੇ ਜਿਹੜਾ the poet and teacher ਹੈ, ਇਹਦੇ ਵਿੱਚ the ਨਹੀਂ ਲੱਗਿਆ ਤੇ ਦੋ ਰੈਫਰਡ ਚੀਜ਼ਾਂ ਨਹੀਂ ਹੈਗੀਆਂ, ਦੋ ਅਲੱਗ-ਅਲੱਗ ਨਾउन्स ਨਹੀਂ ਹੈਗੇ। ਬਟ ਹਾਂ, ਪ੍ਰੋਨਾਂਸ਼ੀਏਟ ਤਾਂ ਇਦਾਂ ਕੀਤਾ ਗਿਆ ਵਾ ਕਿ the poet and teacher। ਠੀਕ ਹੈ। ਇਹ ਡਿਫਰੈਂਟ ਪਰਸਨ ਹੈ, ਬਟ ਇਹ ਡਿਫਰੈਂਟ ਨਹੀਂ ਹੈ, ਇਹ ਸੇਮ ਪਰਸਨ ਹੀ ਹੈ। ਇਸ ਦੇ ਵਾਸਤੇ ਇੱਥੇ is use ਹੋਇਆ, ਬਟ it also refers to one idea। when subject are joined by or, either or, neither nor, the verb agrees with the nearest subject। for example, either Rohan or his friend are coming, neither the teacher nor the principal is available। either the student or the teacher has to answer। indefinite pronoun usually take singular verb। indefinite pronoun ਜਿਹੜੇ ਹੁੰਦੇ ਆ ਇਹ singular verbs use ਕਰਦੇ ਆ। ਠੀਕ ਹੈ। words like everyone, someone, each, either, neither and singular are singular। ਹੁਣ ਤੁਸੀਂ ਦੇਖ ਰਹੇ ਹੋ neither, everyone is happy, each student has booked, neither answer is correct, so they all were singular verbs। singular, singular words। collective noun, if the group is acting as one unit, the verb is singular। ठीक है। if member act individually, the verb is plural। ठीक है। for example, the team is winning। ਠੀਕ ਹੈ। ਇਹ ਐਕਟ ਕਿੱਦਾਂ ਕਰ ਰਿਹਾ, ਇੱਕ ਗਰੁੱਪ ਦੇ ਤੌਰ ਤੇ ਐਡ ਕਰ ਰਿਹਾ, ਇਸ ਲਈ ਇੱਥੇ ਕੀ ਆਇਆ, ਵਰਬ ਸਿੰਗੂਲਰ ਆਇਆ। ਬਟ ਇਫ ਮੈਂਬਰ ਐਕਟ ਇੰਡੀਵਿਜੂਅਲੀ, ਜੇ ਕੋਈ ਵੀ ਜਿਵੇਂ ਟੀਮ ਦਾ ਹਰ ਇੱਕ ਮੈਂਬਰ ਇੰਡੀਵਿਜੂਅਲੀ ਐਕਟ ਕਰ ਰਿਹਾ, ਸੋ ਦੇयर we use a plural verb। noun that look plural but are singular, some nouns end with s but are singular। so mathematics, news, politics, these are some kind of nouns which end with s but they are singular, so there we use singular verb। plural nouns that take singular verb
when used as title. Their plural nouns ਹੁੰਦੇ ਹੈ singular verb ਲੈਂਦੇ when they are used as title. Quantity quantities and measurement when showing a singular unit of measurement use singular verb. जब ਤੁਸੀਂ ਕੋਈ singular unit of measurement use ਕਰ ਰਹੇ ਹੋ or a singular unit of quantity ਤੁਸੀਂ show ਕਰ ਰਹੇ ਹੋ ਤਾਂ ਉਦੋਂ ਤੁਸੀਂ ਕੀ ਕਰਨਾ ਹੈ singular verb ਹੀ use ਕਰਨਾ ਹੈ ਠੀਕ ਹੈ quick summary ਦੇ ਵਿੱਚ subject singular subject then singular verb plural subject then plural verb if there is and then use plural verb if there is used or nor verb matches nearest subject ਜਿਹੜਾ verb ਹੈ ਉਹ ਮੈਚ ਕਰਦਾ ਹੈ ਫਿਰ nearest subject ਨੂੰ ਕਿ nearest subject ਜਿਹੜਾ ਉਹ ਕਿੱਦਾਂ ਦਾ ਹੈ in definite pronoun then we use singular verb collective nouns we use singular or plural depending on its meaning collective noun depending on its meaning the matlab ki hai when the group is acting as unit we use singular and if it is acting individually we use plural